ਨਹੀਂ ਸੀ ਦਿੱਤਾ। ਦਿੱਤਾ ਸੀਗਾ। ਮਿਰਜ਼ਾ ਸਾਹਿਬ ਉਹਨੂੰ ਖਤ ਲਿਖਿਆ ਸੀ ਅਲੀ ਸ਼ੇਰ ਬੇਗ ਨੂੰ, ਹਾਂਜੀ, ਲੇਕਿਨ ਅਲੀ ਸ਼ੇਰ ਬੇਗ ਨੇ ਕਦੋਂ ਜਵਾਬ ਦਿੱਤਾ ਉਹਦਾ? ਮੈਂ ਤੁਹਾਨੂੰ 1 ਮਿੰਟ ਹੁਣੇ ਦੱਸ ਦਿੰਦਾ। 1 ਮਿੰਟ। ਸ਼ੇਖ ਸਾਹਿਬ ਖੈਰ ਹੈ? ਹੁਣ ਸਿਰਫ ਇੱਕ ਹੋਰ ਚੀਜ਼, ਸ਼ੁਕਰ ਅੱਲਾ ਦਾ, ਖੈਰਾਂ ਨੇ ਜੀ। ਉਹ ਸੁਣਿਆ ਜੇ ਮਰਬੀ ਦਾ ਖੜਾਕ, ਕਿਹੜਾ ਮਰਬੀ? ਉੱਥੇ ਇੱਕ ਮਰਬੀ ਝੱਲਾ ਜਿਹਾ ਚੜ ਗਿਆ ਸਾਡੇ ਗਿਆ ਸ਼ਾਮਾਂ ਵੇਲੇ। ਮੈਨੂੰ ਤਾਂ ਬੁਖਾਰ ਸੀ ਹੋਇਆ ਤੇ ਮੈਂ ਗੋਲੀ ਖਾਧੀ ਹੈ ਨਾ, ਪੈਰਾਸੀਟਾਮੋਲ ਖਾਈ ਹੈ ਨਾ, ਇੱਥੇ ਉਹਨੂੰ ਅਸੀਂ ਤਾਕੀ ਪਰੀਨਾ ਕਹਿੰਦੇ ਹਾਂ, ਤੇ ਉਹਦੇ ਨਾਲ ਨਾ ਘੰਟਾ ਡੇਢ ਜਿਹੜਾ ਹੁੰਦਾ ਨਾ, ਇੱਕ ਵਾਰੀ ਸਾਰਾ ਜਿਸਮ ਖੁੱਲ ਜਾਂਦਾ, ਉਹਦੇ ਬਾਅਦ ਫੇਰ ਹੋ ਜਾਂਦਾ। ਤੇ ਉਹ ਮੇਰਾ ਬੁਖਾਰ ਵੀ ਲੈ ਗਿਆ ਤੇ ਮਰਬੀ ਵੀ ਚੜ ਗਿਆ ਮੇਰੇ ਅੱਗੇ। ਤੇ ਫਿਰ ਉਹ ਮਰਬੀ ਜਨਾਬ ਮਾਰਦਾ ਸੀ, ਕੰਧਾਂ ਨੂੰ ਟੱਕਰਾਂ ਮਾਰਦਾ ਸੀ, ਕਦੇ ਇਸ ਕੰਧ ਨੂੰ ਵੱਜਦਾ ਸੀ, ਕਦੇ ਉਸ ਕੰਧ ਨੂੰ ਵੱਜਦਾ ਸੀ ਜਾ ਕੇ। ਤੇ ਮੈਂ ਕਿਹਾ ਸ਼ਾਇਦ ਤੁਸੀਂ ਸੁਣੀ ਗੱਲ। ਨਹੀਂ, ਮੈਂ ਨਹੀਂ ਸੁਣਿਆ, ਮੈਂ ਨਹੀਂ ਸੁਣਿਆ ਐਸੀ ਕੋਈ ਗੱਲ। ਦਿਨੇ ਮੈਂ ਆਇਆ ਸਾਂ, ਮੈਂ ਥੋੜਾ ਜਿਹਾ ਮਸਰੂਫ ਸਾਂ, ਮੈਂ ਉੱਤੇ ਆ ਨਹੀਂ ਸਕਦਾ, ਕੋਈ ਐਸੀ ਜਗ੍ਹਾ ਤੇ ਸਾਂ ਕਿ ਉੱਥੇ ਗੱਲ ਬਣਨੀ ਨਹੀਂ ਸੀ। ਮਗਰ ਤੁਸੀਂ ਕਹੀ ਜਾਂਦੇ ਸੋ ਕਿ ਜੀ ਇਹ ਮੌਲਵੀ ਮੁਹੰਮਦ ਅਲੀ ਨੂੰ ਮਸਰੂਫ ਕਰੀ ਜਾਂਦਾ ਕਿ ਉਦੋਂ ਵੀ ਮਸਰੂਫ ਸੀ, ਉਦੋਂ ਵੀ ਮਸਰੂਫ ਸੀ। ਦੂਜਾ ਅਬੂ ਬਕਰ ਮੀਰ ਸਾਹਿਬ ਕਹਿੰਦੇ ਸਨ ਕਿ ਜੀ ਇਹਨੇ ਕਿਹਾ ਕਿ 1910 ਵਿੱਚ ਹਜ਼ਰਤ ਸਾਹਿਬ ਨੇ ਜ਼ਿੰਮੇਦਾਰੀ ਲਾਈ ਮੌਲਾਨਾ ਮੁਹੰਮਦ ਅਲੀ ਦੀ ਤਫਸੀਰ, ਤੇ ਮੈਂ ਨਹੀਂ ਕਿਹਾ ਕਿ 1910 ਵਿੱਚ ਲਾਈ ਸੀ। ਮੈਨੂੰ ਵੀ ਇੰਨੀ ਅਕਲ ਹੈ ਕਿ ਮਿਰਜ਼ਾ ਸਾਹਿਬ 1910 ਵਿੱਚ ਹੈ ਸਨ ਕਿ ਨਹੀਂ ਸਨ। ਲਾਈ ਸੀ ਉਹਨਾਂ ਨੇ ਜ਼ਿੰਮੇਦਾਰੀ, ਉਹਨਾਂ ਦੇ ਕਹਿਣ 'ਤੇ ਲਿਖੀ ਤਫਸੀਰ ਤੇ ਤਰਜਮਾ, ਲੇਕਿਨ ਪਹਿਲੇ ਉਹ ਹਜ਼ਰਤ ਸਾਹਿਬ ਦੀਆਂ ਕਿਤਾਬਾਂ ਤਰਜਮਾ ਕਰਦੇ ਪਏ ਸਨ। ਉਸ ਦੌਰਾਨ ਹਜ਼ਰਤ ਸਾਹਿਬ ਦੀ ਵਫਾਤ ਅਗਰ ਹੋ ਗਈ ਤਾਂ ਇਹਦਾ ਮਤਲਬ ਨਹੀਂ ਹੈ ਕਿ ਉਹਨਾਂ ਮੌਲਾਨਾ ਮੁਹੰਮਦ ਅਲੀ ਦਾ ਜ਼ਿੰਮਾ ਨਹੀਂ ਸੀ ਲਾਇਆ, ਇਹ ਲਾਇਆ ਸੀ। ਅਤੇ ਉਹ ਫਿਰ ਬਾਅਦ ਵਿੱਚ ਉਹਨਾਂ ਨੇ ਸ਼ੁਰੂ ਕੀਤਾ, 1910 ਵਿੱਚ ਸ਼ੁਰੂ ਕੀਤਾ, ਜਦੋਂ ਹਜ਼ਰਤ ਸਾਹਿਬ ਫੌਤ ਹੋ ਗਏ ਸਨ, ਅਤੇ 17 'ਚ ਮੁਕੰਮਲ ਕੀਤਾ। 7 ਸਾਲ ਲੱਗੇ ਉਹਨੂੰ ਮੁਕੰਮਲ ਹੋਣੇ। 10 ਵਜੇ ਤੇ ਮਿਰਜ਼ਾ ਸਾਹਿਬ ਦੀ ਲਾਸ਼ ਨੂੰ ਮਿੱਟੀ ਵੀ ਖਾ ਗਈ ਹੋਣੀ ਹੈ ਨਾ, ਤੁਸੀਂ ਤਾਂ ਉਹ ਖਾ ਗਈ। ਉਹਦਾ ਕੀ ਮਕਸਦ ਹੈ? ਮਤਲਬ ਕਿ ਮੈਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਕਿ ਉਹਨਾਂ ਨੇ ਕਬਰ ਵਿੱਚੋਂ ਪੈਗਾਮ ਭੇਜਿਆ ਸੀ ਕਿ ਮੌਲਵੀ ਮੁਹੰਮਦ ਅਲੀ ਨੂੰ ਕਹੋ ਤਰਜਮਾ ਤੇ ਤਫਸੀਰ ਲਿਖੇ। ਮੈਂ ਕਹੀ ਇਹ ਗੱਲ? ਤੁਸੀਂ ਤਾਂ ਉਹਨਾਂ ਨਬੀ ਸ਼ਬੀ ਨਹੀਂ ਨਾ ਮੰਨਦੇ। ਮੈਂ ਨਹੀਂ, ਨਬੀ ਤਾਂ ਨਹੀਂ ਮੰਨਦੇ। ਮੈਂ ਕਦੋਂ ਕਿਹਾ ਕਿ ਨਬੀ ਨੇ ਕਿਹਾ ਸੀ ਤਾਂ ਤਰਜਮਾ ਤਫਸੀਰ ਲਿਖੋ? ਉਹਨਾਂ ਨੇ ਜ਼ਿੰਦਗੀ ਵਿੱਚ ਹੀ ਕਿਹਾ ਸੀ ਕਿ ਇਹ ਕੰਮ ਤੂੰ ਕਰਨਾ ਹੈ, ਤੇ ਉਹਨਾਂ ਨੇ ਕੀਤਾ ਉਹ ਕੰਮ। ਉਹ ਹੁਣ ਤੁਸੀਂ ਕਹੋ ਕਿ ਜੀ ਗੱਲ ਤੁਸੀਂ ਤੇ ਮਾਹੌਲ ਬਣਾਉਣਾ ਨਾ ਕਿ ਜੀ ਇਹਨੇ ਕਿਹਾ 10 ਵਿੱਚ 1910, ਇਹ ਮਿਰਜ਼ਾ ਸਾਹਿਬ ਕਿੱਥੋਂ ਆ ਗਏ 1910 ਵਿੱਚ? ਇਹ ਸ਼ੇਖ ਸਾਹਿਬ ਮਾਹੌਲ ਜਿਹੜਾ ਨਾ, ਉਹ ਮੈਂ ਗੱਲ ਬਿਆਨ ਕਰਨਾ, ਜੇ 1 ਮਿੰਟ ਮੈਨੂੰ 60 ਸਕਿੰਟ ਦੇ ਦਿਓ ਵਿੱਚ ਨਾ ਬੋਲੋ। ਨਹੀਂ, ਤੁਸੀਂ ਕਰੋ। ਮੈਂ ਤੁਹਾਨੂੰ 10-15 ਹਵਾਲੇ ਵੀ ਦੇ ਛੱਡੇ ਨੇ ਕਿ 1913 'ਚ ਕੀ ਹੁੰਦਾ ਰਿਹਾ, ਮਗਰ ਜਦੋਂ ਤੁਸੀਂ ਨਹੀਂ ਮੰਨਣਾ ਤੇ ਉਹ ਅਮਰ ਨਜ਼ੀਰ ਸਾਹਿਬ, ਮੈਂ ਤੁਹਾਨੂੰ ਜ਼ਬਰਦਸਤੀ ਮਨਾ ਵੀ ਨਹੀਂ ਸਕਦਾ। ਸਿੱਧੀ ਜਿਹੜੀ ਗੱਲ ਹੈ, ਜਿਹੜੀ ਗੱਲ ਤੁਸੀਂ ਨਹੀਂ ਮੰਨਣੀ ਨਾ, ਤੁਸੀਂ ਜਦੋਂ ਕਸਮ ਚੁੱਕ ਲਈ ਹੈ ਕਿ ਅਸੀਂ ਫਲਾਂ ਚੀਜ਼ ਵੀ ਮੌਲਵੀ ਮੁਹੰਮਦ ਅਲੀ ਨਾਲ ਮਨਸੂਬ ਕਰਨੀ ਹੈ, ਫਲਾਂ ਵੀ ਮਨਸੂਬ ਕਰਨੀ, ਸਿਰਫ ਮਕਸਦ ਹੈ ਵੇ ਕਿ ਦੱਸਣਾ ਹੈ ਵੇ ਕਿ ਮੌਲਵੀ ਮੁਹੰਮਦ ਅਲੀ ਵੀ ਉਹਨਾਂ ਨੂੰ ਨਬੀ ਮੰਨਦਾ ਸੀ। ਬਲਾਲ ਭਾਈ ਜਲਦੀ ਕਰੋ, ਕੀ ਗੱਲ ਕਰੋ। ਹਾਂਜੀ ਜੀ। ਅੱਛਾ ਅਹਿਮਦ ਭਾਈ, ਇਹ ਦੂਸਰੇ ਖਤ ਦਾ ਜਵਾਬ ਦਿੱਤਾ ਸੀਗਾ ਇਹਨਾਂ ਨੇ, ਤੇ ਉਹਦਾ ਜਿਹੜਾ ਰੈਫਰੈਂਸ ਹੈ ਨਾ ਉਹ ਲਿਖਿਆ ਹੈ ਸੀਗਾ ਇਹਨਾਂ ਨੇ, ਤੇ ਉਹਦਾ ਜਿਹੜਾ ਰੈਫਰੈਂਸ ਹੈ ਨਾ ਉਹ ਲਿਖਿਆ ਹੈ ਨੋਸ਼ਤਾ ਗੈਬ ਖਾਲਿਦ ਵਜ਼ੀਰ ਆਬਾਦੀ। ਇਹ ਕਿੱਥੋਂ ਮਿਲੇਗਾ ਰੈਫਰੈਂਸ? ਨੋਸ਼ਤਾ ਗੈਬ ਖਾਲਿਦ ਵਜ਼ੀਰ ਆਬਾਦੀ, 4 ਮਈ 1891। ਅੱਛਾ ਠੀਕ ਹੈ, ਹੋ ਸਕਦਾ ਹੈ ਉਹ ਦੂਜੇ ਖਾਤਾ ਦਾ ਜਵਾਬ ਜੀ। ਅੱਛਾ ਮੈਂ ਦੇਖਿਆ ਤੁਸੀਂ ਉਹਨੇ ਤਾਂ ਸਕਰੀਨਸ਼ਾਟ ਕਰ ਦਿੰਦਾ। ਓਕੇ ਠੀਕ। ਅੱਛਾ ਗੱਲ ਇਹ ਹੈ, ਟਾਕ ਮਾਸਟਰ ਸਾਹਿਬ ਵੀ ਤਸ਼ਰੀਫ ਲਾਏ ਨੇ। ਟਾਕ ਮਾਸਟਰ ਸਾਹਿਬ ਅਸੀਂ ਗੱਲ ਇਹ ਵੀ ਕਰਦੇ ਸਾਂ, ਚੌਹਾਨ ਸਾਹਿਬ ਤੇ ਮੈਂ ਤੇ ਅਕਬਰ ਸਾਹਿਬ ਵੀ ਸਨ, ਤੇ ਫਿਰ ਥੋੜੀ ਜਿਹੀ ਅਕਬਰ ਸਾਹਿਬ ਦੀ ਤਬੀਅਤ ਤੇ ਖੁੱਲੀ ਡੁੱਲੀ, ਬਲਕਿ ਵਾਹਵਾ ਹੀ ਖੁੱਲੀ ਹੈ। ਉਹ ਥੋੜਾ ਜਿਹਾ ਮਜ਼ਾਕ ਮਜ਼ੂਕ ਵੀ ਨਾਲ ਕਰਨ ਲੱਗ ਪਏ, ਤੇ ਸ਼ੇਖ ਸਾਹਿਬ ਨਾਰਾਜ਼ ਹੋਏ ਨੇ ਇਸ ਗੱਲ ਤੋਂ। ਉਹ ਮੈਨੂੰ ਕਹਿੰਦੇ ਸੀ, ਅਕਬਰ ਸਾਹਿਬ ਕਹਿੰਦੇ ਸੀ ਵੀ ਰਾਤੀ ਮੈਨੂੰ ਆਇਆ ਸੀ ਫੀਸ ਸ਼ੇਖ ਸਾਹਿਬ ਦਾ ਫੋਨ, ਤੇ ਫੀਸ ਸ਼ੇਖ ਸਾਹਿਬ ਨੇ ਮੈਨੂੰ ਕਿਹਾ ਹੈ ਕਿ ਆਮਰ ਨਜ਼ੀਰ ਮੈਨੂੰ ਕਹਿੰਦਾ ਹੈ ਕਿ ਮਿਰਜ਼ਾ ਸਾਹਿਬ ਨੇ ਮੁਹੰਮਦ ਅਲੀ ਲਾਹੌਰੀ ਹੋਰਾਂ ਨੇ ਪਿਆਮੇ ਸੁਲ੍ਹਾ ਅਖਬਾਰ 'ਚ ਲਿਖਿਆ ਹੈ ਕਿ ਅਸੀਂ ਮਿਰਜ਼ਾ ਸਾਹਿਬ ਨੂੰ ਨਬੀ ਮੰਨਦੇ ਹਾਂ। ਤੇ ਮੈਂ ਕਿਹਾ ਵੀ ਮੈਂ ਤੇ ਸ਼ੇਖ ਸਾਹਿਬ ਨੂੰ ਪਿਆਮੇ ਸੁਲ੍ਹਾ ਦਾ ਵੀ ਹਵਾਲਾ ਦਿੱਤਾ ਸੀ ਅਕਤੂਬਰ 1913 ਦਾ, ਤੇ ਰਿਵਿਊ ਆਫ ਰਿਲੀਜਨ ਦਾ ਵੀ ਦਿੱਤਾ ਸੀ। ਤੇ ਉਹ ਅਕਬਰ ਖਾਨ ਸਾਹਿਬ ਕਹਿੰਦੇ ਸੀ ਵੀ ਫੀਸ ਸ਼ੇਖ ਨੇ ਮੇਰੇ ਨਾਲ ਕੀਤਾ ਫਰਾਡ, ਤੇ ਮੈਨੂੰ ਉਹਨੇ
ਪਿਆਮੇ ਸੁਲਾ ਦੀ ਗੱਲ ਤੇ ਦੱਸੀ ਏ, ਪਰ ਰਿਵਿਊ ਆਫ ਰਿਲੀਜਨ ਦੀ ਨਹੀਂ ਦੱਸੀ। ਤੂੰ ਰਿਵਿਊ ਆਫ ਰਿਲੀਜਨ ਦਾ ਵੀ ਹਵਾਲਾ ਦਿੱਤਾ ਹੈ। ਮੈਂ ਕਿਹਾ ਹਵਾਲੇ ਮੈਂ ਉਹਨਾਂ ਨੂੰ 2-3 ਦਿੱਤੇ ਨੇ, ਲੇਕਿਨ ਫਿਰ ਸ਼ੇਖ ਸਾਹਿਬ ਕਹਿੰਦੇ ਸੀ ਕਿ ਇਹ ਮਿਸਾਲ ਦੇ ਤੌਰ ਤੇ ਰਿਵਿਊ ਆਫ ਰਿਲੀਜਨ 'ਚ ਜਿੱਥੇ ਲਿਖਿਆ ਹੈ ਨਾ ਨਬੀ ਆਖਰੂ ਜ਼ਮਾਨ, ਉਹਦੇ ਐਡੀਟਰ ਮੌਲਵੀ ਮੁਹੰਮਦ ਅਲੀ ਲਾਹੌਰੀ ਸਾਹਿਬ ਨੇ। ਲੇਕਿਨ ਮੌਲਵੀ ਮੁਹੰਮਦ ਅਲੀ ਲਾਹੌਰੀ ਸਾਹਿਬ ਮਸਰੂਫੀਅਤ ਦੀ ਵਜ੍ਹਾ ਤੋਂ ਇਹ ਆਪਣੇ ਰਸਾਲੇ ਰਿਵਿਊ ਆਫ ਰਿਲੀਜਨ ਦੇ ਵਿੱਚ ਇਹ ਲਫ਼ਜ਼ ਛਪੇ ਹੋਏ ਦੇਖ ਨਹੀਂ ਸਕੇ। ਇਸੇ ਤਰ੍ਹਾਂ ਪਿਆਮੇ ਸੁਲ੍ਹ ਅਖਬਾਰ ਦੇ ਵਿੱਚ ਅਕਤੂਬਰ 1913 'ਚ ਇਹ ਖਬਰ ਛਪੀ ਕਿ ਸਾਡਾ ਆਪਣਾ ਹੀ ਭਰਾ ਨੇ ਸਾਡੇ ਗਰੋਹ ਕਾਦੀਆਨ ਦੇ ਵਿੱਚ, ਉਹ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਅਸੀਂ ਜਿਹੜੇ ਲਾਹੌਰ ਵਾਲੇ ਹਾਂ ਜਿਨ੍ਹਾਂ ਦਾ ਤਲਕ ਪਿਆਮੇ ਸੁਲ੍ਹ ਅਖਬਾਰ ਨਾਲ ਹੈ, ਅਸੀਂ ਮਿਰਜ਼ਾ ਸਾਹਿਬ ਦੇ ਉਹਦੇ ਵਿੱਚ ਮਰਤਬੇ ਵਿੱਚ ਫਜ਼ੀਲਤ ਵਿੱਚ ਕੋਈ ਤਖਫੀਫ ਕਰਨੇ ਆ, ਯਾਨੀ ਕਮੀ ਕਰਨੇ ਆ। ਤੇ ਉਹਨਾਂ ਕਿਹਾ ਕਿ ਬਿਲਕੁਲ ਸਾਡੇ ਤੇ ਝੂਠਾ ਇਲਜ਼ਾਮ ਹੈ। ਅਸੀਂ ਸਾਰੇ ਉਹ ਲੋਕ ਜਿਨ੍ਹਾਂ ਦਾ ਪਿਆਮੇ ਸੁਲ੍ਹ ਅਖਬਾਰ ਨਾਲ ਤਾਲੁਕ ਹੈ, ਅਸੀਂ ਮਿਰਜ਼ਾ ਸਾਹਿਬ ਨੂੰ ਅੱਲਾ ਦਾ ਨਬੀ ਮੰਨਦੇ ਹਾਂ, ਅੱਲਾ ਦਾ ਰਸੂਲ ਮੰਨਦੇ ਹਾਂ। ਐਵੇਂ ਸਾਡੇ ਤੇ ਝੂਠਾ ਬਹੁਤਾਨ ਲਾਉਂਦੇ ਨੇ ਵੀ ਕਿ ਅਸੀਂ ਨਬੀ ਰਸੂਲ ਨਹੀਂ ਮੰਨਦੇ। ਇਹ ਪਿਆਮੇ ਸੁਲ੍ਹ ਦੇ ਨਾਲ ਜਿੰਨੇ ਬੰਦੇ ਵੀ ਤਾਲੁਕ ਰੱਖਦੇ ਨੇ ਨਾ, ਯਾਨੀ ਲਾਹੌਰੀ ਸਾਰੇ ਵੀ ਜਿੰਨੇ ਵੀ, ਇਹਨਾਂ ਸਾਰਿਆਂ ਦੀ ਤਰਫੋਂ ਬਿਆਨ ਛਪਿਆ। ਫੀਸ ਸ਼ੇਖ ਸਾਹਿਬ ਕਹਿੰਦੇ ਨੇ ਕਿ ਮੈਂ ਅਮਰ ਨੂੰ ਹਵਾਲਾ ਦਿੱਤਾ ਹੈ ਕਿ ਉਹ ਐਡੀਟਰ ਜਿਹੜਾ ਸੀ ਨਾ, ਐਡੀਟਰ ਕੱਢ ਛੜਿਆ। ਅਖਬਾਰ ਦਾ ਐਡੀਟਰ ਸੀ ਫਰੀਦਾਬਾਦੀ, ਤੇ ਉਹਨੂੰ ਕੱਢ ਛੜਿਆ ਅਖਬਾਰ ਚੋਂ। ਮੈਂ ਕਿਹਾ ਵੀ ਅਖਬਾਰ ਚੋਂ ਤੇ ਉਹਨੂੰ ਕੱਢ ਛੜਿਆ, ਨਹੀਂ ਜਿਹੜਾ ਉਹਨੇ ਕਿਸ ਵਜ੍ਹਾ ਤੋਂ ਕੱਢਿਆ? ਇੰਜ ਨਾ ਕਰੋ, ਇੰਜ ਨਾ, ਇਹ ਦੱਸੋ ਕਿ ਕਿਸ ਵਜ੍ਹਾ ਤੋਂ, ਵਜ੍ਹਾ ਕੀ ਹੋਈ ਸੀ? ਉਹਨੇ ਕੋਈ ਮਾਂ ਭੈਣ ਦੀ ਗੱਲ ਕੱਢੀ ਸੀ ਤੇ ਉਹਨੂੰ ਕੱਢ ਦਿੱਤਾ? ਇਸੇ ਗੱਲ ਤੋਂ ਜਿਹੜੀ ਤੁਸੀਂ ਬਿਆਨ ਕੀਤੀ ਏ, ਇਹੀ ਛਾਪਣ ਦੇ ਉੱਤੋਂ ਉਹਨੂੰ ਉਸੇ ਮਹੀਨੇ ਕੱਢ ਦਿੱਤਾ। ਇਹ ਗੱਲ ਕਦੋਂ ਲਿਖੀ ਹੈ ਅਖਬਾਰ ਤੁਹਾਡੇ 'ਚ? ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈ, ਇਹ ਗੱਲ ਪੈਗਾਮ ਸੁਲ੍ਹਾ ਦੇ ਮੁਖਤਲਿਫ ਐਡੀਸ਼ਨਾਂ ਵਿੱਚ ਛਪਦਾ ਰਿਹਾ। ਔਰ ਜਿਹੜਾ ਤੁਹਾਨੂੰ ਮੈਂ ਹਵਾਲਾ ਭੇਜਿਆ ਸੀ ਉਹ ਪੈਗਾਮ ਸੁਲ੍ਹਾ ਦੀ ਸਿਲਵਰ ਜੁਬਲੀ ਸੀ। ਸਿਲਵਰ ਜੁਬਲੀ ਤੇ ਦੱਸਿਆ ਗਿਆ ਸੀ ਕਿ ਪਿੱਛੇ ਕੀ ਕੁਝ ਹੁੰਦਾ ਰਿਹਾ ਹੈ ਪੈਗਾਮ ਸੁਲ੍ਹਾ ਦੇ ਵਿੱਚ। ਤੁਸੀਂ ਉਹ ਗੱਲ ਫੜ ਲਈ, ਸੁਣ ਲਓ ਨਾ, ਹੁਣ ਸੁਣ ਲਵੋ ਨਾ, ਇੰਜ ਨਾ ਕਰੋ। ਤੁਸੀਂ ਉਹ ਗੱਲ ਹੈ ਫੜੀ ਕਿ ਜੀ ਇਹ ਤਾਰੀਖ ਤੇ ਸਿਲਵਰ ਜੁਬਲੀ ਤੇ ਫਲਾਣੀ ਉਹ ਹੋ ਰਹੀ ਹੈ ਇਦੋਂ, ਤੇ ਇਹ ਹੁਣ ਜਾ ਕੇ ਤਰਦੀਦ ਕੀਤੀ। ਉਦੋਂ ਤਰਦੀਦ ਨਹੀਂ ਸੀ ਕੀਤੀ। ਮੈਂ ਤੁਹਾਨੂੰ ਉਦੋਂ ਦਾ ਵੀ ਹਵਾਲਾ ਦੇ ਦਿੱਤਾ ਹੈ ਕਿ ਉਸੇ ਵੇਲੇ ਉਹਨਾਂ ਨੇ ਐਕਸ਼ਨ ਲੈ ਕੇ ਇਸ ਬੰਦੇ ਨੂੰ ਕੱਢ ਦਿੱਤਾ। ਔਰ ਕੱਢਣ ਦੀ ਵਜ੍ਹਾ ਵੀ ਇਹੀ ਲਿਖਿਆ ਸੀ ਕਿ ਇਸ ਕਿਸਮ ਕੇ ਬਿਆਨਾਤ ਛਾਪਨੇ ਪਰ ਨਿਕਾਲ ਦਿਆ ਗਿਆ। ਇਸ ਕਿਸਮ ਕੇ ਇਹਦਾ ਬਿਆਨ ਮਤਲਬ ਇਹੀ ਜਿਹੜਾ ਛਾਪਿਆ ਸੀ ਉਹਨੇ। ਉਸ ਤੋਂ ਬਾਅਦ ਮੈਂ ਤੁਹਾਨੂੰ ਦੁਬਾਰਾ ਇੱਕ ਹਵਾਲਾ ਭੇਜਿਆ 2 ਹਫ਼ਤੇ ਬਾਅਦ ਦਾ, 2 ਹਫ਼ਤੇ ਇਸੇ ਤਾਰੀਖ 16 ਅਕਤੂਬਰ 1913 ਤੋਂ 2 ਹਫ਼ਤੇ ਬਾਅਦ ਦਾ ਮੈਂ ਤੁਹਾਨੂੰ ਫਿਰ ਹਵਾਲਾ ਭੇਜਿਆ। ਉਹਦੇ ਤੁਸੀਂ ਦੇਖੋ ਹੁਣ ਐਡੀਟਿੰਗ ਜਿਹੜੀ ਹੈ ਉਹ ਜਮਾਤ ਦੇ ਜਿਹੜੇ ਲਾਹੌਰ ਦੇ ਮੈਂਬਰਾਨ ਨੇ ਉਹਨਾਂ ਕੋਲ ਆ ਗਈ। ਉਹ ਫਿਰ ਲਿਖ ਰਹੇ ਨੇ, हम नबी करीम सल्लल्लाहु अलैहि वसल्लम को खातमुन नबीयीन मानते हैं और हज़रत मसीह मऊद को मसीह मऊद मानने, यानी मुजद्दद मुहद्दिस मसीह मानने उन्होंने। ਤੁਹਾਡਾ ਕਹਿਣ ਦਾ ਮਤਲਬ ਇਹ ਕਿ ਮੌਲਵੀ ਮੁਹੰਮਦ ਅਲੀ ਜਿਹੜਾ ਸੀ ਇੰਨਾ ਪੜ੍ਹਿਆ ਲਿਖਿਆ ਆਦਮੀ ਨਹੀਂ ਸੀ। ਉਹ ਸਵੇਰੇ ਉੱਠਦਾ ਸੀ ਤੇ ਕਹਿੰਦਾ ਸੀ ਹਜ਼ਰਤ ਸਾਹਿਬ ਮੁਜੱਦਦ ਨੇ, ਤੇ ਰਾਤੀ ਸੌਂ ਕੇ ਸਵੇਰੇ ਫਿਰ ਉੱਠਦਾ ਸੀ ਤੇ ਕਹਿੰਦਾ ਸੀ ਹਜ਼ਰਤ ਸਾਹਿਬ ਨਬੀ ਨੇ। ਫਿਰ ਅਗਲੇ ਦਿਨ ਉੱਠਦਾ ਸੀ ਮੁਹੱਦਿਸ ਨੇ, ਫਿਰ ਅਗਲੇ ਦਿਨ ਉੱਠਦਾ ਸੀ ਲਿਖ ਦਿੰਦਾ ਸੀ ਪੈਗਾਮ ਸੁਲ੍ਹਾ 'ਚ ਨਬੀ ਨੇ। ਤੁਸੀਂ ਇੰਝ ਤਾਂ ਸਮਝਦੇ ਹੋ? ਜਿਹੜੀ ਗੱਲ ਤੁਹਾਨੂੰ ਮੈਂ 10 ਹਵਾਲੇ ਦਿੱਤੇ ਨੇ ਕਿ ਉਹਨਾਂ ਦਿਨਾਂ ਦੇ ਵਿੱਚ 1913 ਹੈ ਜਿਹੜਾ ਅਕਤੂਬਰ ਤੋਂ ਲੈ ਕੇ ਆਨਵਰਡ ਅੱਗੇ ਤੱਕ, ਉਸ ਤੋਂ ਪਿੱਛੇ ਵੀ ਅਕਤੂਬਰ ਤੋਂ ਪਿੱਛੇ ਵੀ ਜਦੋਂ ਤੱਕ ਅਹਿਮਦ ਹੁਸੈਨ ਫਰੀਦਾਬਾਦੀ ਸੀ, ਉਹਨੇ ਕੀ ਕੁਝ ਛਾਪਿਆ ਔਰ ਪੈਗਾਮ ਸੁਲ੍ਹਾ ਉਹਦੀ ਤਰਦੀਦ ਕਰਦਾ ਰਿਹਾ ਕਿ ਇਹ ਵੀ ਗਲਤ ਹੈ, ਇਹ ਵੀ ਇਹਨੇ ਗਲਤ ਛਾਪਿਆ, ਇਹ ਵੀ ਇਹਨੇ ਇੰਝ ਕੀਤਾ ਹੈ। ਇਹ ਨਫਾਕ ਪੈਦਾ ਕਰਦਾ ਪਿਆ ਜਮਾਤ ਦੇ ਲੋਕਾਂ 'ਚ। ਮਗਰ ਤੁਸੀਂ ਉਹ ਪੜ੍ਹ ਕੇ ਨਾ ਤੇ ਉਹਨੂੰ ਇੰਝ ਰੱਦੀ ਦੀ ਟੋਕਰੀ 'ਚ ਪਿੱਛੇ ਛੱਡਦੇ। ਤੁਸੀਂ ਕਹਿੰਦੇ ਸਾਡੇ ਦਿਲ ਨੂੰ ਗੱਲ ਚੰਗੀ ਉਹ ਲੱਗਦੀ ਨਹੀਂ। ਤੇ ਮਿਰਜ਼ਾ ਸਾਹਿਬ ਮੁਜੱਦਦ ਦੀ ਹੈਸੀਅਤ ਤੇ ਨਬੀ नहीं थी? नहीं, ਅਸੀਂ ਤਾਂ ਨਹੀਂ ਸਮਝਦੇ, ਤੁਸੀਂ समझते हो तो ਤੁਹਾਡਾ हक नहीं, है। मिर्जा साहब खुद कहते रहे मैं खुदा के हुक्म कहते के रहे यार, मुआफिक नबी मिर्जा हूं। साहब ने उसकी वजाहत कर मैं दी। खुदा के हुक्म के मुआफिक तारिक नबी खान साहब हूं। हमारे लिए अगर मैं अगर इसका देखें- इनकार करूं तो मेरा गुनाह होगा। ठीक है ਇਹਦਾ मतलब ਤੁਸੀਂ ਕੁਝ ਹੋਰ ਪਹਿਨਾਓਗੇ ਇਹਨੂੰ? नहीं ठीक है। और ਤੁਸੀਂ ਇਹਦਾ ਮਤਲਬ ਜੋ ਸਮਝਦੇ ਹੋ ਤੁਸੀਂ ਬਿਹਤਰ ਸਮਝਦੇ ਹੋ। ਅਸੀਂ ਜੋ वो समझते खुद कह रहे हो मैं खुदा के हुक्म के मुताबिक ठीक है, मैं तो इनकार कह करूं रहा तो है। गुनाह होगा। मैंने ਤੁਸੀਂ ਉਹ ਗੁਨਾਹ ਹਰ ਵਕਤ ਕਰਦੇ ਹੋ। आप उसका जो नतीजा हर वक्त ਤੁਸੀਂ ਉਹ ਗੁਨਾਹ ਕਰਦੇ करते हैं, आप उसका जो ਇੱਕ ਤੁਹਾਡੇ ਮੌਲਵੀ ਮੁਹੰਮਦ देखें, ਅਲੀ आपने माना है जम्बा साहब को, तारिक खान साहब, ਇਸਲਾਮ ਤੋਂ ਖਾਰਿਜ ਹੋ ਗਏ। ਦੂਸਰੇ तारिक ਤੁਸੀਂ खान ਹਰ साहब, ਵਕਤ आपने माना ਮਿਰਜ਼ਾ है, ਸਾਹਿਬ ਦਾ ਇਨਕਾਰ ਕਰਦੇ ਹੋ। तारिक खान ਉਹ साहब ਕਹਿੰਦੇ ਨੇ आपने- ਮੈਂ ਨਬੀ ਹੂੰ, ਤੁਸੀਂ ਕਹਿੰਦੇ ਹੋ ओ यार ਨਹੀਂ। ठीक है, जो कहते हैं आपने माना ਹਾਂ है तो जब्बार जो साहब ਉਹ को। ਕਹਿੰਦੇ ਨੇ ਉਹ ਮੰਨੋ ਨਾ। आपने- ਆਪਣੇ ਕੋਲੋਂ ਤੁਸੀਂ नहीं ਨਵੀਂ ਕਹਾਣੀ ਸੁਣਾਣੀ ਸ਼ੁਰੂ ਕਰਤੀ। नहीं, हजरत साहब ने ਮਾਨੋ तो ਨਾ कहता ਮਾਨੋ जिधर ਫਰਕ ਪੈਂਦਾ ਨਹੀਂ ਦਿਖਾਵਾਂਗਾ हजरत ਤੁਹਾਡੇ साहब ने ਲਈ। कहता जिधर ਜੀ जिधर ਮਿਰਜ਼ਾ मैंने ਸਾਹਿਬ लफ्ज़ ਇਨਕਾਰ नबी- ਕਰਦੇ ਹੋ ਜ਼ਿਆਦਾ ਬਿਹਤਰ ਹੈ। हजरत साहब ने कह दिया ਐਵੇਂ है ਖਾਮ कि ਖਾ मैंने ਤੁਸੀਂ ਆਪਣਾ ਇੱਕ जहाँ ਪਖੰਡ ਬਣਾ लफ्ज ਕੇ नबी बैठे का हो। इस्तेमाल किया उसको मेरी तरफ से हाँ। मनसूख और रद्द समझो और उसकी जगह हाँ, मुजद्दद तो और मरन तो एक मुजद्दद। दिन पहले कह गए कि मैं इनकार करूं तो मेरा आप जो गुनाह मर्जी होगा। कहें,
ਜੋ ਮਰਜ਼ੀ ਤਾਰਿਕ ਕਹੇ ਚੌਹਾਨ ਤੁਸੀਂ ਨਹੀਂ ਮੰਨਣੀ, ਤਾਰਿਕ ਉਹ ਜੋ ਚੌਹਾਨ ਮਰਜ਼ੀ ਕਹਿਣ। तारिक चौहान साहब, हद होई है वैसे, आपको मैं अजीब मजबूर गुमराही नहीं है कर सकता। कि एक बंदा कह रहे हैं मैं खुदा के आपको हुक्म मैं के मुआफिक मजबूर नबी, नहीं कहते कर नहीं जी सकता। ਅਸੀਂ नहीं ਮੰਨਣਾ। आपको मैं ਕੋਈ मजबूर ਸ਼ਰਮ नहीं कर ਹਯਾ सकता। ਕੋਈ ਹੋਣੀ ਚਾਹੀਦੀ ਹੈ, ਕਿਤਨੀ ਯਾਰ ਤੁਸੀਂ ਰਹਿਣ ਬੇਸ਼ਰਮੀ ਦਿਓ ਮੈਨੂੰ, ਉਠਾਈ ਬੇਸ਼ਰਮ ਹੀ ਰਹਿਣ ਦਿਓ ਨਾ, ਤੁਸੀਂ ਰਹਿਣ ਦਿਓ ਮੈਨੂੰ ਬੇਸ਼ਰਮ, ਮੈਨੂੰ ਨਹੀਂ ਹਾਂ ਆਉਂਦੀ। ਹਾਂ ਤਾਂ ਠੀਕ ਹੈ, ਤੁਸੀਂ ਬੇਸ਼ਰਮ ਰਹਿਣਾ ਚਾਹੁੰਦੇ ਹੋ, ਤੁਹਾਡੀ ਤੁਸੀਂ ਜੋ ਦੇਖੋ, ਲੋਰੀ ਤੁਸੀਂ ਇਹੀ 50 ਕੰਮ ਕਰਦੇ ਸਾਲ ਨੇ ਬੇਸ਼ਰਮੀ ਤੁਸੀਂ ਵਾਲਾ। 50-60 ਸਾਲ ਲੰਘਾਏ ਨੇ मिर्जा साहब खिलाफत कह वाले रहे हैं मैं खुदा के हुक्म के मुआफिक नबी हूँ, अगर मैं इनकार करूँ तो मेरा गुनाह होगा। मरण तो एक दिन पहले ਤਾਰਿਕ कह ਚੌਹਾਨ रहे हैं, ਸਾਹਿਬ, ਤਾਰਿਕ ਮਰਨ ਤੋਂ ਚੌਹਾਨ ਇੱਕ ਦਿਨ ਪਹਿਲੇ ਕਹਿ ਰਹੇ ਨੇ, ਤੁਸੀਂ ਕਹਿੰਦੇ ਹੋ ਨਹੀਂ ਨਹੀਂ ਜੀ ਕੋਈ ਨਹੀਂ ਕਹਿ ਰਹੇ, ਉਹਨਾਂ ਨੂੰ ਗਲਤੀ ਲੱਗੀ ਹੈ। ਉਹ ਕੋਈ ਨਹੀਂ ਕਹਿ ਰਹੇ, ਤੁਸੀਂ ਜੋ ਮਰਜ਼ੀ ਕਹਿੰਦੇ ਰਹੋ। ਲਾਨਤ ਅੱਲਾਹ ਅਲਲ ਕਾਜ਼ਿਬੀਨ। ਤੁਸੀਂ ਮੰਨਿਆ ਜੱਬਾ ਸਾਹਿਬ ਨੂੰ, ਉਸ ਤੋਂ ਪਹਿਲੇ ਤੁਸੀਂ ਮੰਨਿਆ ਸਾਰੀ ਖਿਲਾਫਤ ਨੂੰ 50-60 ਸਾਲ ਤੱਕ। ਤੁਹਾਡੇ ਅਲੀ ਦਿਮਾਗ 'ਚ ਉਹ ਚੀਜ਼ਾਂ ਹੈ ਨੇ। ਅਸੀਂ ਹਜ਼ਰਤ ਸਾਹਿਬ ਨੂੰ ਮੰਨਿਆ, ਹਜ਼ਰਤ ਸਾਹਿਬ ਦੀ ਤਾਲੀਮ ਤੇ ਅਮਲ ਕਰਨੇ ਆ। ਔਰ ਮੈਂ ਕਹਾਂ ਵੀ ਤੁਸੀਂ ਬੁਲਾਇਆ ਕਿੱਥੇ ਮੰਨਿਆ? ਤੁਹਾਡਾ ਤੇ ਮੁਹੰਮਦ ਅਲੀ ਕਹਿ ਕੇ ਗਿਆ ਹੈ हजरत ईसा अलैहिस्सलाम बिन बाप है ही नहीं सी। ਬਿਲਕੁਲ ਠੀਕ ਹੈ। मिर्जा साहब ने किया वो इस्लाम तो खारिज हो शक ਤੁਹਾਡਾ ਤੇ ਮੌਲਵੀ ਮੁਹੰਮਦ ਅਲੀ ਤੁਹਾਡੇ ਸਮੇਤ ਸਾਰੇ ਸਮੇਤ ਇਸਲਾਮ ਤੋਂ ਖਾਰਿਜ ਹੋ ਮੈਂ ਗਿਆ। ਕਹਤਾ ਹੂੰ ਤੁਸੀਂ ਤੇ ਇਸਲਾਮ ਦੇ ਵਿੱਚ ਵੀ ਨਹੀਂ ਰਹੇ, 100% ਠੀਕ ਹੈ। ਇਸਲਾਮ ਤੋਂ ਖਾਰਿਜ ਹੋ ਚੁੱਕੇ ਹੋ ਤੁਸੀਂ। ਨਹੀਂ, ਅਸੀਂ ਨਹੀਂ ਖਾਰਿਜ ਹੁੰਦੇ। ਅਸੀਂ ਹਜ਼ਰਤ ਤਾਂ ਖਾਰਿਜ ਹੋਵਾਂਗੇ ਜਦੋਂ ਮੈਂ ਕਹਾਂਗਾ ਮਿਰਜ਼ਾ ਸਾਹਿਬ ਨਬੀ ਨੇ ਔਰ ਮੈਂ ਨਬੀ ਦੀ ਗੱਲ ਨੂੰ ਠੁਕਰਾਵਾਂਗਾ, ਖੁਦ ਕਿਹਾ मैं ਰੱਦ ਕਰਾਂਗਾ ਨਾ, खुदा के हुक्म के मुआफिक नबी हूँ, मिर्जा साहब अगर को इनकार जब करूँ तो मेरा तारिक गुनाह चौहान साहब, होगा। मिर्जा साहब को हर जब वक्त नबी है गुनाह मानूंगा कर ना, देना। मिर्जा साहब को जब मैं नबी मानूंगा, फिर मैं उनकी कोई बात रद्द करूंगा या मुस्तरद करूंगा तो फिर मैं काफिर हो जाता हूँ। मैं मिर्जा साहब को नबी मानता ही नहीं, बात खत्म होगी। मेरे नजदीक वो वलीउल्लाह हैं, ठीक है, अल्लाह के वली हैं। आप मिर्जा साहब को, आप कहें मैं मिर्जा साहब को एक चिड़िया मानता हूं, हम आपका क्या बिगाड़ सकते हैं? जो उनको तो मिर्जा साहब खुद कह रहे हैं मैं खुदा के हुक्म के मुताबिक नबी हूं। वो आप फिर वही बात है, मैं हम उनको चिड़िया मानेंगे, आप जो मर्जी ਵਜ਼ਾਤ ਕਰ ਦਿੱਤੀ ਹੈ। ਬਹਿਸ ਕਰਨ ਦਾ ਕੋਈ ਫਾਇਦਾ ਨਹੀਂ। ਉਹਨਾਂ ਨੇ ਕਰ ਦਿੱਤੀ ਹੈ। ਕਹਿੰਦੇ ਨੇ ਮੁਹੰਮਦ ਅਲ-ਬਸ਼ਰਾ ਚ ਨਹੀਂ ਕਹਿੰਦੇ मैंने इनको नहीं कहा कि मैं कोई नबी हूँ, इन्होंने मेरी बात समझने में जल्दी की और उसको मिर्जा गुलाम अहमद मरण तो पहले एडा बड़ा झूठ क्यों बोल गया लोरियो? मैं खुदा के हुक्म के मुआफिक नबी हूँ, अगर मैं इनकार करूँ तो मेरा गुनाह होगा। और लोरियो ਤੁਸੀਂ मिर्जा साहब ਨੂੰ ਝੂਠੇ खुद बनाते हो। ये स्टेटमेंट मौलाना मोहम्मद अली दिए, मैंने इनको नहीं कहा कि मैं नबी हूँ, इन्होंने मेरी बात समझने में जल्दी की। मौलवी मोहम्मद अली तो गुमराह सी, वो तो इस्लाम तो खारिज सी है सी ना। देखो ये स्टेटमेंट होती तो नहीं है कि थी, मैंने इनको नहीं कहा कि मैं नबी हूँ। क्या नहीं कहा? ये तो नहीं कहा मैंने इनको नहीं कहा मैं मुहद्दस नहीं हूँ, मैं तो नबी हूँ। ये लौरिये नहीं मान रहे। ਤੇ ਮਰਨ ਤੋਂ ਪਹਿਲੇ ਮਿਰਜ਼ਾ ਸਾਹਿਬ ਨੂੰ ਕੀ ਕੋਈ ਘੁੱਗੀ ਚੜੀ ਸੀ ਜਿਹੜੇ ਕਹਿ ਗਏ मैं खुदा के हुक्म के मुनाफिक नबी हूँ? ਕਿਹੜੇ ਨਬੀ? मैं खुदा के हुक्म के मुआफिक नबी हूँ, अगर मैं इससे इनकार करूँ तो मेरा गुनाह होगा। ये ਕਿਹੜੇ ਨਬੀ? ਕਿਹੜੇ ਨਬੀ? ਕਿਹੜੇ ਨਬੀ? ਕਿਹੜੇ ਨਬੀ? ਉਹ ਵਾਲੇ ਨਬੀ, ਕਿਹੜੇ? ਉਹ ਵਾਲੇ ਲਾਹੌਰ ਵਾਲੇ, पेशौर वाले नबी। ਲੌਰੀਆਂ ਦਾ ਤਾਂ ਕੋਈ ਨਬੀ क्या क्या है फजूल बात है? केड़े नबी? लौरियां दा नबी, भाई जो नबी वो खुद को कह रहे हैं उसकी बात कर रहे हैं। लौरियां ਦਾ ਨਬੀ ਨੇ मैं खुदा के हुक्म के मुआफिक नबी हूँ, अगर मैं इससे इनकार करूँ तो मेरा गुनाह होगा। अच्छा हाँ, तो फिर केड़े नबी? अच्छा जेड़े नबी वो कह रहे हैं ਕਿਹੜੇ ਕਹਿ ਰਹੇ ਨੇ? खुदा के हुक्म के मुआफिक में नबी हूँ, अगर मैं इससे इनकार करूँ तो मेरा गुनाह होगा। हाँ 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 तो हाँ तो वो तो आपके बारे में कह गए हैं कि, और बाज का ख्याल है कि अगर किसी इलाम के समझने में गलती हो जाए तो ईमान उठ जाता है, शक पड़ जाता है कि शायद इससे नबी या रसूल मुहद्दस ने अपने दावे में भी धोखा खाया। ये सरासर वो कहते हैं गलती है। और जो लोग नीम सोदाई होते हैं ਤੁਹਾਡੇ ਵਰਗੇ, वो ऐसी बातें करते हैं। वो कहते हैं देखो ਤੁਸੀਂ खुद दलील दे रहे हो कि मिर्जा साहब ਦਾ ਦਿਮਾਗ ਠੀਕ ਨਹੀਂ। ਮੇਰੀ ਆਜ਼ਮਾਇਸ਼ ਉਹ ਇਹ ਕਹਿ ਕੇ ਕਹਿ ਗਏ ਤੁਹਾਡੇ ਮੁਤਾਬਿਕ ਤੇ ਉਹ ਨਬੀ ਨਹੀਂ ਸੀ, ਪਰ ਮਰਨ ਤੋਂ ਪਹਿਲੇ ਕਹਿ ਕੇ ਗਏ कि मैं खुदा के हुक्म के मुआफिक नबी हूँ, इनकार करूँ तो मेरा गुनाह होगा। ਤੁਹਾਡੇ ख्याल जो सुदाई सी मिर्जा साहब? मेरी आजमाइश नबियों की आजमाइश। मिर्जा साहब सुदाई सी ना समझी है शेख साहब, मिर्जा साहब सुदाई सी, ਉਹਨਾਂ ਦਾ ਦਿਮਾਗ ਉਲਟ ਗਿਆ ਸੀ ਮਰਨ ਤੋਂ ਪਹਿਲੇ ਇੱਕ ਦਿਨ। ਟਾਨਿਕ ਵਾਈਨ ਪੀ ਕੇ ਤੇ ਨਸ਼ੇ 'ਚ ਗੱਲ ਕੀਤੀ। हाँ अच्छा, ये जो है ना आखिरी बयान तारक भाई जो बता रहे हैं कि अगर मैं इसका इनकार करूं तो मैं गुनाहगार हूं, तो हफीज शेख भाई जहाँ जहाँ उन्होंने कहा, जहाँ जहाँ उन्होंने इनकार की बात की है ना, वो फिर गुनाह है भाई। जो असल बात है वो वही है जो तारक भाई कह रहे हैं, क्योंकि अल्लाह ने उनको बताया कि वो नबी है, और अगर वो उसका इनकार करते हैं तो वो गुनाहगार हैं। तो जहाँ जहाँ उन्होंने
انکار کیا ہے یہ ان کا گناہ ہے. گناہ کرتے ہیں. ٹھیک ہے، آپ جو مرضی سمجھیں، آپ جو سمجھتے ہیں وہ آپ کی، میں آپ کی سمجھ کے پر کوئی حاوی تو نہیں ہو سکتا کہ نہیں جی نہیں میں جو سمجھتا ہوں آپ وہ مانیں. میں تو وہ تحریر کی بات کر رہا ہوں نا. ہاں، آپ جو سمجھتے ہیں. حضرت صاحب نے 257 جگہ، ایک جگہ نہیں 257 جگہ پہ اپنی ان چیزوں کی وضاحت کر دی. اگر آپ لوگوں کو نہیں سمجھ آتی تو ہم کیا کر سکتے ہیں. طارق بھائی میرا ایک اور سوال ہے، وہ یہ ہے کہ جو تحریریں مرزا صاحب نے لکھی ہیں وہ ان کے ہاتھ کی لکھی ہوئی موجود ہیں؟ جی بالکل، وہ اخبار عام میں چھپی تھی وہ، اور مجموعہ اشتہارات میں موجود ہے. اس میں انہوں نے یہی بات کی ہے، وہ اشتہارات کس نے لکھی؟ حکم کے موافق نبی ہوں، اگر میرا انکار کروں تو میرا گناہ ہوگا. ہم بھی ان کو نبی مانتے ہیں، اگر ہم انکار کریں تو ہمارا بھی گناہ ہوگا. یہ تو ہو گیا نا، گناہ والی تحریر تو ہوگی. میں یہ کہہ رہا ہوں کہ ٹوٹل تحریریں جو منسوب ہیں مرزا صاحب سے، ان کی تدوین اور ان کا اشاعت اور ان کو وہ تو کرنے والے لوگ ہیں نا جی، ان کے اپنے ہاتھ کی لکھی ہوئی کوئی کتاب موجود ہے؟ مطلب ان کی اپنی تحریر، ان کے اپنے قلم کی، مطلب چھپی ہوئی نہ ہو بلکہ ان کا کوئی رکا ہو جس میں انہوں نے اپنے ہاتھ سے لکھا ہو. وہ اپنی تحریریں جو ہیں ڈاک ماسٹر صاحب اور یہ تحریریں انہی کی ہیں نا جو ڈاک ماسٹر صاحب مرزا صاحب نے مجھے لکھی ہے، اخبار عام میں شائع ہوئی، ڈاک ان ماسٹر کی صاحب وفات کے دوسرے دن شائع ہوئی یہ بات. ڈاک ماسٹر صاحب مرزا صاحب کا دعویٰ جو کچھ بھی تھا وہ کہتے ہیں، انہوں نے اس میں مینشن نہیں کیا کہ میرا دعویٰ کیا ہے. ابتدا سے ہی میرا یہی مذہب ہے کہ میرے دعوے، انہوں نے آگے ایکسپلین نہیں کیا دعوی مجدد، دعوی نبوت، کیونکہ آپ تو کہتے ہیں نا ان کا دعویٰ ہے. وہ کہتے ہیں کہ میرے دعوے کے انکار کی وجہ سے کوئی شخص کافر نہیں ہو جاتا. یہ نقطہ یاد رکھنے کے لائق ہے کہ اپنے دعوے کے انکار کرنے والے کو کافر کہنا صرف ان نبیوں کی شان ہے جو خدا تعالیٰ سے شریعت اور احکام جدیدہ لاتے ہیں. لیکن صاحب شریعت کے سوا جس قدر بھی ملہم اور محدث ہیں وہ کیسی ہی جناب الہی میں شان رکھتے ہوں اور خلط مکالمہ الہی سے سرفراز ہوں، ان کے انکار سے کوئی کافر نہیں بن جاتا. ہاں جی، تو مرزا صاحب نے 1907 میں جھوٹ بولا کہ جو میرا انکار کروے وہ اللہ رسول کا انکار کرتا ہے. تو 1907 میں انہوں نے جھوٹ بول دیا حقیقت الوحی میں. تریاق القلوب صفحہ 130. ہاں جی، دریات القلوب میں انہوں نے یہ کہا اور آگے آ کے جھوٹ بول دیا، اور پھر مرنے سے ایک دن پہلے کہہ دیا میں خدا کے حکم کے موافق نبی ہوں، مجھے یہ بتائیں، میں اگر انکار کروں تو میرا گناہ ہوگا. یعنی لاہوری کہندے نے کہ مرزا صاحب دا دماغ ٹھیک نہیں سی، سودائی سی، کدی کچھ کہندے سی کدی کچھ کہندے سی. مرن تو پہلے کہہ گئے میں نبی ہوں، انکار کروں تو گناہ ہوگا، اس تو پہلے کہندے رہے میں نبی نہیں ہوں. لاہوریوں دا یہ مطلب ہے. آمن نذیر صاحب مرزا صاحب نو پاگل ثابت کرنا القلوب چاہتے مولانا ہیں. محمد علی کی کتاب ہے یا مرزا صاحب دی؟ ਇਹਦਾ ਜਵਾਬ ਲੈ ਲਓ. ਗੱਲ ਇਹ ਹੈ ਇਹ ਜਿਹੜੀ ਤੁਸੀਂ ਭਾਰਤ ਸੁਣਾਈ ਹੈ ਤਰਿਆਕੁਲ ਕਲੂਬ ਦੀ, ਇਸੇ ਦੇ ਬਾਰੇ ਸਵਾਲ ਹਕੀਕਤੁਲ ਵੀ ਚ ਲਿਖਿਆ, ਉਹ ਕਿਉਂ ਨਹੀਂ ਪੜ੍ਹ ਕੇ ਸੁਣਾਉਂਦੇ ਤੁਸੀਂ? جو کی لکھا تسی سنا دیو. ਖੋਲੋ ਹਾਂ ਸਫਾ ਕਿੰਨਾ ਸਫਾ ਜੀ? میرے کو نہیں ہے. سوال نمبر 6 میرے خیال 220 صفحہ ہے. ਸਫਾ ਨੰਬਰ 220 ਹੋਵੇ ਤਾਂ ਹਕੀਕਤੁਲ ਵੀ ਕਿਤਾਬ ਖੋਲੋ. اچھا چلو روحانی خزان جلد 22. میں دیکھ لاں گا، انہوں بھی دیکھ لاں گا. میں ਨਹੀਂ ਐਸੇ ਹਵਾਲੇ ਦੇ ਬਾਰੇ ایسے بھلے دے ہی کہہ رہے ہیں. ਜਿਹੜਾ ਹਵਾਲਾ ਨਹੀਂ ਜਿਹੜਾ ਹਵਾਲਾ ਤੁਸੀਂ ਤਰਿਆਕੁਲ ਕਲੂਬ ਦਾ ਹੁਣ ਪੜ੍ਹ ਕੇ ਸੁਣਾਇਆ ਨਾ, میرے دعوے کے انکار کی وجہ سے کوئی بندہ کافر نہیں ہوتا، کافر ان کو کہنا روا ہے جو شریعت لانے والے نبی ہیں. ਇਸੇ ਗੱਲ ਨੂੰ ਲਿਖ ਕੇ ਬੰਦੇ ਖਤ ਲਿਖਿਆ ਮਿਰਜ਼ਾ ਸਾਹਿਬ ਨੂੰ ਕਿ ਤਰਿਆਕਲ ਕਲੂਬ ਜਦੋਂ ਤੁਸੀਂ ਮਿਰਜ਼ਾ ਸਾਹਿਬ ਇਹ ਗੱਲ ਕਰਦੇ ਸੀ ਉਦੋਂ ਤੁਸੀਂ ਭੰਗ ਪੀਤੀ ਸੀ, ਅੱਜ ਤੁਸੀਂ ਇਹ ਪੇ ਗੱਲ ਕਰਦੇ ਹੋ. ਫਿਰ ਤੁਸੀਂ ਕਹਿੰਦੇ ਹੋ ਜੋ ਮੁਝ ਪਰ ਇਮਾਨ ਨਹੀਂ ਲਾਇਆ ਉਹ ਮੁਸਲਮਾਨ ਨਹੀਂ ਹੈ. ਜੀ ਆ, ਇਹੋ ਹੀ ਤਾਂ ਉਹਨੇ ਗੱਲ ਪੁੱਛੀ. ਇਹੀ ਤਾਂ ਸਵਾਲ ਪੁੱਛਿਆ ਗਿਆ ਉਹਦੇ ਚ. ਹੁਣ ਆ ਪਿਛਾ ਨਾ ਸਾਰੇ ਕੰਮ ਛੱਡ ਦੋ, ਮੈਂ ਸਭ ਨੂੰ ਮਿਊਟ ਕਰ ਦੇਣਾ. ਇਹ ਤਰਿਆਕਲ ਕਲੂਬ ਦਾ ਹਵਾਲਾ ਉੱਥੇ ਦਿੱਤੇ ਆ ਉਸ ਸਵਾਲ ਦੇ ਵਿੱਚ کہ تریاکل قلوب وغیرہ میں آپ یہ فرماتے رہے ہیں کہ میرے دعوے کے انکار کی وجہ سے کوئی بندہ کافر نہیں ہو جاتا. کھولو ذرا. ہوں نہیں میں تھے تو دس رہے ہیں. وہ کہتے ہیں حمامت البشرا صفحہ 81 میں لیکن ان لوگوں نے میرے قول کو نہیں سمجھا ادھر نہ جاؤ بلکہ یہی کہا گل آکھی ہے نا نبوت کا مدعی ہے.
सुन शेख लो, साहब, और अल्लाह ताला शेख साहब जानता है दूजे कि पासे ना ये जाओ। इनका कॉल सरीहन काज़िब है साहब इन्होंने फाड़ लो, समझा और इसमें जरा भी चाशनी नहीं। तारिक रहमान साहब वो कहते हैं इसमें जरा भी आज चाशनी मास्टर नहीं साहब कि मैं, बापू और ना ही कोई इसका यानी अकल है। देखो ना हफीज शेख हमेशा मिर्जा साहब ਨੂੰ ਝੂਠਾ ਸਾਬਤ ਕਰਦਾ ਹੈ ਕਿ ਕਹਿੰਦਾ ਮੈਂ ਦੇਖੋ ਕਰ ਰਿਹਾ ਜੀ ਝੂਠਾ ਸਾਬਤ। ਇੱਥੇ ਮਿਰਜ਼ਾ ਸਾਹਿਬ ਕਹਿ ਰਹੇ ਨੇ ਮੈਂ ਨਬੀ ਹੂੰ, ਇਨਕਾਰ ਕਰੂੰ ਤਾਂ ਗੁਨਾਹ ਹੋਗਾ। ਇੱਥੇ ਤੇ ਮਿਰਜ਼ਾ ਸਾਹਿਬ ਇਹ ਕਹਿ ਰਹੇ ਨੇ तो मिर्जा साहब कह रहे ਸਾਬਤ हैं, ਹੋਇਆ मैं ਕਿ तो नहीं ਮਿਰਜ਼ਾ कह ਸਾਹਿਬ रहा। ਝੂਠੇ ਸੀ, ਦਿਮਾਗ ਵੀ ਉਹਨਾਂ ਦਾ ਠੀਕ ਨਹੀਂ ਮਿਰਜ਼ਾ- ਸੀ, ਕਦੀ ਕੁਝ ਕਹਿ ਦਿੰਦੇ ਸੀ ਮਰਨ तारिक ਤੋਂ रहमान ਪਹਿਲੇ साहब ਕੁਛ मिर्जा ਹੋਰ साहब कह रहे हैं, मैं तो नहीं कह रहा। मास्टर साहब कभी लाहौरी थे और वो मिर्जा साहब कहते हैं जो अकुल कुलूब दा हवाला हकीकत जो- वाला पढ़ाओ। जो कहते हैं अहमद नजीर साहब सुन लो, हौसला करो। वो ਮੈਂ कहते ਦੱਸਣਾ ने ਤੁਸੀਂ ਕੀ ਕਰੋ, ਤੁਸੀਂ ਇਹਨਾਂ ਨੂੰ ਇੰਜ ਮਿਊਟ ਕਰਕੇ ਨਾ ਜਿਸ ਤਰ੍ਹਾਂ ਮੈਂ ਕੀਤਾ ਹੈ, ਉਹਨਾਂ ਨੂੰ ਕਹੋ ਵੀ ਸ਼ੇਖ ਸਾਹਿਬ ਜਿਹੜੀ ਤੁਹਾਨੂੰ ਗੱਲ ਆਖੀ ਤੁਸੀਂ ਉਹ ਕਰੋ। नहीं तो तुसी कह लो। ਨਹੀਂ ਅਸੀਂ ਕਵੀਏ ਤਾਂ ਅਸੀਂ ਤਾਂ ਮੁਖਾਲਫ ਹੋਏ ਨਾ, ਸਾਡੀ ਗੱਲ ਤਾਂ ਬੁਰੀ ਲੱਗਦੀ ਹੋਈ ਨਹੀਂ ਉਹਨੇ ਸੁਣਨਾ ਹੀ ਨਹੀਂ ਨਾ। ਜਦੋਂ ਆ ਗਿਆ ਕਿ ਇਹੋ ਹੀ ਜਿਹੜਾ ਤੁਸੀਂ ਹਵਾਲਾ। ਕਈ ਦਫਾ ਸ਼ੇਖ ਸਾਹਿਬ ਨਾਲ ਗੱਲ ਹੋ ਚੁੱਕੀ ਹੈ, ਉਹਨਾਂ ਨੂੰ ਅਸੀਂ ਪੂਰਾ ਸੁਣਾ ਦੇਾਂਗੇ, ਉਹ ਫਿਰ ਉਹੀ ਵਾਲਾ ਗੱਲ ਆਪਣੀ ਦੱਬੀ ਜਾਣਗੇ, ਕਿਉਂਕਿ ਉਹਨਾਂ ਨੂੰ ਸੁਣਨਾ ਨਹੀਂ, ਕੰਨ ਬੰਦ ਕਰ ਲੈਂਦੇ ਨੇ ਫਤਲ ਵਹੀ ਦਾ। ਨਹੀਂ ਤਾਂ ਮੈਂ ਪੜ੍ਹ ਕੇ ਸੁਣਾਣਾ, ਖਲੋ ਜਾਓ। ਹਾਂਜੀ ਬੜਾ ਇਸ ਬੰਦੇ ਨੇ ਨਾ, ਮਤਲਬ ਇਸ ਬੰਦੇ ਨੇ ਨਹੀਂ, ਜਿਹਦੇ ਵੀ ਦਿਲ 'ਚ ਕਜੀ ਹੈ ਨਾ, ਉਹ ਬੰਦੇ अपनी गल करो कि दूजे दी भी सुनो ना। हकीकत उल वही दा वाला मैं भी देना तानू दवा। ਪਹਿਲਾਂ ਜਿਹੜਾ ਮੈਂ ਦੱਸਿਆ ਉਹ ਦਿਓ ਤੇ ਫਿਰ ਬਾਅਦ 'ਚ ਦੇ ਦੇ, ਆਪਣਾ ਵੀ ਦੇ ਦੇ। वो तो हकीकत उल वही सफा 390 से कहते हैं। एक और नादानी ये है कि जाहिल लोगों को भड़काने के लिए कहते हैं इस शख्स ने नबूवत का दावा किया है, ये इनका सरासर इफ्तरा है। हकीकत उल वही दसो फिर हुन। ਉਹ ਇਹਦਾ ਤਾਂ ਜਵਾਬ ਉਹਨਾਂ ਨੇ ਆਪ ਹੀ ਦਿੱਤਾ ਹੈ तो सर दसो कि ਅਸੀਂ ਕਿੱਥੇ ਜਾਈਏ। ਤੇ ਸਾਬਤ ਕਰ ਦਿੱਤੇ ਨਾ ਕਿ ਦਿਮਾਗ ਠੀਕ ਨਹੀਂ ਸੀ ਮਿਰਜ਼ਾ ਸਾਹਿਬ ਦਾ, ਹੁਣ ਸਹੀ ਸਾਬਤ ਕਰ ਰਹੇ ਹੋ ਨਾ ਲੋਰੀਓ। अच्छा तुसी या दसो फिर हजरत साहब यानी अगर नबी तुम्हारा साहब दिमाग ठीक नहीं तारिक चौहान थी, साहब मैं खुदा के हुक्म के मुआफिक नबी हूँ, अगर मैं इनकार करूँ तो मेरा गुनाह होगा। तारिक चौहान साहब कोई सही दिमाग आदमी ये कर सकता है? तारिक चौहान साहब अगर आपकी बात मान ली जाए कि वो नबी थे, तो मुझे ये बता दें कि उन्होंने किसी एक शख्स से भी अपनी ज़िंदगी में और मरते दम तक बैत में नबूवत का इकरार क्यों नहीं लिया? इसकी क्या वजह थी? मैं तो आपको कह रहा हूँ मुजद्दद की हैसियत से वो नबी और रसूल थे, मुजद्दद की हैसियत से। तो उस बैत में वो क्यों नहीं ये लफ्ज़ तो यही बात वो कह रहे हैं मैं कि मुजद्दद मैं की खुदा के हैसियत से हुक्म के नबी मुआफिक हूँ, नबी तुम हूँ। मेरी बैत में आ रहे हो। मैं खुदा के हुक्म के मुआफिक नबी आपकी हूँ, बात जाहिर है उन्होंने तो आपकी दावा बात मान मुजद्दद है। ली, उन्होंने तो उसमें मुजद्दद का भी नहीं जिक्र किया। आपकी बात अगर मैं मान भी लूँ तो वो कहते हैं तुम मेरी बैत में आ रहे हो क्योंकि मैं मुजद्दद तो वहाँ की हैसियत से जिक्र हर नबी हूँ। जगह तो नहीं करना, उनका दावा यही है कि वो हाँ। मुजद्दद है 14वीं सदी से। 10 शराइत बैत में उन्होंने कहीं कहा है मैं नबी हूँ? तो हम 10 शराइत बैत की बात कर रहे हैं, हम तो कह रहे हैं मरने से एक कहाँ दिन से? पहले की तहरीर है उनकी, मरने से उसकी पहले? बात कर रहे हैं। शरायत बैत में क्या लिखा है? अगर नबी ने लिखा तो क्या लिखा है? क्या लिखा है आप बता दें। मुझे नहीं पता। चले मुझे ਅੱਛਾ ਸਵਾਲ ਨੰਬਰ 6 ਲੱਗ ਗਿਆ ਜੀ। मुझे भी नहीं पता। सफा दसना यार, सफा मैं आपको खोल के पढ़ा। अबू बकर भाई सफा नंबर कितना? ਇੱਕ ਮਿੰਟ ਮੈਂ ਦੱਸਣਾ। ਲੱਭ ਗਿਆ ਪਹੁੰਚ ਗਿਆ ਮੈਂ ਸਿੱਧਾ ਹੀ। ਇਹਦੇ ਨਾਲ ਫਾਲ ਨਹੀਂ ਪਾਈ ਦੀ, ਫਾਲ ਪਾਈ ਸਿੱਧਾ ਹੀ ਸਵਾਲ ਨੰਬਰ 6 ਤੇ। ਸੁਣਿਓ ਜੀ शेख साहब टाक मास्टर साहब गौर ना सुनियो। हजूर ने हजारों जगह तहरीर फरमाया है और जो हजूर ने तहरीर फरमाया है वही हफीज शेख लोगों को धोखा देकर टिक टाक पर सुना रहा है कि अहले किबला को काफर कहना किसी तरह सही नहीं है। इससे साफ जाहिर है कि अलावा उन मोमिनों के जो आपको तकफीर करके काफर बन गए हैं, सिर्फ आपके नाम मानने से कोई काफर नहीं हो सकता। लेकिन अब्दुल हकीम खान को आप लिखते हैं कि हर एक शख्स जिसको मेरी दावत पहुंची उसने मुझे कबूल नहीं किया, वो मुसलमान नहीं है। इस बयान और पहली किताबों के बयान में तनाकुज़ है, यानी पहले आप तरियाकुल कुलूब अब्दुल हकीम ने झूठ बोला, हजरत साहब ने बाद में वजाहत की। आप अब्दुल हकीम का नाम मत लें। अब्दुल हकीम के बारे में हजरत साहब ने साफ लिख दिया कि इसने मेरे पे बहतान लगाया है, और अगर मैंने ये बात की है जो ये कह रहा है तो ये मुझे मेरे वो तो जवाब में लिटरेचर आ से जाएगा दिखा ना। दे। फिलहाल ओ भाई सब्र तुसी अब्दुल हकीम का नाम बड़ी इज्जत ना वो लेंदे हो। कहने हजरत लग अब्दुल रहा। हकीम साहब फरमाते हैं कि मिर्जा साहब ने बंदा मुझे खत नाराज लिखा। करता है, जो बंदा नाराज करता हजरत साहब ने इनकार किया और कहा कि ये दजल कर रहा है, भाई जैसे रूहानी आप सब खजान कर पढ़ते रहे हैं। लेंदे भाई, टाक मास्टर जैसे भाई अमन पढ़ते नजीर साहब लेंदे दजल कर रहे हैं, ऐसे ही अब्दुल हकीम ने दजल किया। उसने बकवास टाक और भाई अब मास्टर मिर्जा साहब की किताब पढ़ रहे हैं, उनकी तहरीर पढ़ रहे हाँ, हैं। तो मिर्जा साहब ने उसमें लिखा है सुन तो कि ले। किसी ने मेरे पे झूठा इल्जाम लगाया कि मैंने इसको ऐसा कोई खत लिखा है। मैंने नहीं वो लिखा। सुन तो ले भाई, सुनते ले। सुन क्या लें?
یہ سمجھ رہے ہیں عبد نہیں الحکیم سن کا لفظ قرآن کا لفظ ہے اچھا اور اگر دوسرے کا کسی نہیں. بندے نے عبد یہ الحکیم سوال نے آپ والا کام کیا تھا. سن تو لینا، اگر کوئی بندہ یہ کہتا ہے کہ مرزا صاحب آپ نے ڈاکٹر عبد الحکیم پٹیالوی کے ساتھ مل کر پٹھے چوری کیے ہیں، سوال کر رہا ہے، تو اس کا جواب میں آ جائے گا نا، مرزا صاحب بتا دیں گے کہ یہ جھوٹا بہتان لگاتا ہے، میں پٹھے نہیں چوری کیتے کسی نہ رل کے. کہہ دیا مرزا صاحب نے بیان کر دیا اس بات کو. آپ کتنے بیان کرتا ہے، کتنے بیان کیتا ہے مرزا صاحب نے بیان کیتا ہے. بھائی پڑھیں گے کتنے؟ تو پتا چلے گا نا کیا بیان کیا ہے. چلو تم کرو، میں کنفرم دساں گا کتنے بیان کیتا ہے. ٹھیک ہے تو پھر صبر کرو، چھری تھلے سا لو. کہندے نے اس بیان اور پہلے والے بیان میں تناقض ہے، پہلی کتابوں کے بیان میں تناقض ہے، یعنی پہلے آپ تریاق القلوب وغیرہ میں لکھ چکے ہیں. آج تو بعد نہ والا دیو شیخ صاحب تریاق القلوب دا، پہلے آپ تریاق القلوب وغیرہ میں لکھ چکے ہیں کہ میرے نام ماننے سے کوئی کافر نہیں ہوتا، اور اب آپ لکھتے ہیں کہ میرے انکار سے کافر ہو جاتا ہے. اے سوال ہے، ادھر مائک جو شور پہ آتا چار صاحب تھوڑے مائک، ابو بکر بھائی تھوڑے مائک، اے انہیں سوال کیتا ہے. اس سوال دے وچ بڑیاں گلاں نے. ایک تے انہیں آکھیا ہے کہ مرزا صاحب تہاڈی گل چ تناقض ہے، دوسرا انہیں آکھیا ہے کہ تسی تریاق القلوب چ تے آندے سی کہ نہ میرے نام منن نال کوئی کافر نہیں ہوندا. تے ایہو ہی گل حفیظ شیخ صاحب اج بھی پڑھ کے سناندے نے، 2025 وچ لوکاں نوں فدو بنان لگے نے کہ مرزا صاحب نے تریاق القلوب چ آکھیا سی میرے نام ماننے سے کوئی کافر نہیں ہوتا. بھائی ایس اپنی غلطی دی اصلاح تو کر کے گئے نے کہ ہاں میں تریاق القلوب چ کیا ہے. آج میں جڑی گل پہ کہنا کہ جس کو میری دعوت پہنچی ہے اس نے مجھے قبول نہیں کیا، آج میں کیوں پہ کہنا، یہ وضاحت اگے کی تھی. سننا جی کی وضاحت کی تھی. فرماتے ہیں یہ عجیب بات ہے کہ آپ کافر کہنے والے اور نام ماننے والے کو دو قسم کے انسان ٹھہراتے ہیں، حالانکہ خدا کے نزدیک ایک ہی قسم ہے، کیونکہ جو شخص مجھے نہیں مانتا وہ اسی وجہ سے نہیں مانتا کہ وہ مجھے مفتری قرار دیتا ہے. مگر اللہ تعالیٰ فرماتا ہے کہ خدا پر افطرا کرنے والا سب کافروں سے بڑھ کر کافر ہے، جیسا کہ وہ فرماتا ہے فمن اظلم ممن افترا علی اللہ کاذبا او کذب بآیاتہ. یعنی بڑے کافر دو ہی ہیں، ایک خدا پر افطرا کرنے والا، دوسرا خدا کے کلام کی تکذیب کرنے والا. ادھر مائک اوپن ہے، واٹر صاحب مائک میوٹ کرو. پس جب کہ میں نے ایک مکذب کے نزدیک خدا پر افطرا کیا ہے، اس صورت میں نہ میں صرف کافر بلکہ بڑا کافر ہوا، اور اگر میں مفتری نہیں تو بلا شبہ وہ کفر اس پر پڑے گا، جیسا کہ اللہ تعالیٰ نے اس آیت میں خود فرمایا ہے. علاوہ اس کے جو مجھے نہیں مانتا وہ خدا اور رسول کو بھی نہیں مانتا. چلو جی مکی گل، جو مجھے نہیں مانتا وہ خدا اور رسول کو بھی نہیں مانتا. ہوں آکھو والا کہ مرزا صاحب نے تریاق القلوب چ آکھیا سی میرے نام ماننے سے کوئی بندہ کافر نہیں ہوتا. دوسری ایک اور گل لوریاں دی جھٹلا دیتی مرزا صاحب نے، یہ کہندے نے انہوں نے منو نہ منو کوئی فرق نہیں پیندا، اس تو بھی انہوں نے جھوٹا کر دیتا ہے لوریاں. علی تو والا دیتا تانوں، وہ کہندے نے کہ میرے نام ماننے سے انہوں نے آپ کیا ہے میں کیا ہے، لاہوریاں دا کیوں نام لیندے ہو کہ لاہوری نے ایک مولوی محمد علی نے لکھیا ہے کہ میرا خیال ہے کہ انہوں نے منن یا نہ منن اوتھی کھوتی بورڈ تھلے ہی ہے. نہیں. حضرت صاحب نے والا تو دیتا ہے. تسی کیڑا حوالہ دیتا ہے فیض شیخ صاحب؟ ਇਹ ਜਿਹੜਾ ਅਲੀ ਥੋੜੀ ਦੇਰ ਪਹਿਲੇ ਦਿੱਤਾ ਕਿ ਜੀ ਉਹ ਜਿਹੜੇ ਮੈਨੂੰ ਮੇਰਾ ਸਿਰਫ ਉਹਨਾਂ ਨੂੰ ਮੰਨਣਾ ਜਾਇਜ਼ ਹੈਗਾ ਜਿਹੜੇ ਅੱਲਾਹ ਦਾ ਵੱਲੋਂ ਕੋਈ یعنی ਸ਼ਰੀਅਤ ਦਾ ਕੰਮ ਲੈ ਕੇ ਆਉਂਦੇ ਨੇ. تریاق القلوب ਦਾ ਤਰੀਕਲ ਕਲੂਬ ਦਾ ਹੀ ਦਿੱਤਾ ਜੀ. تریاق القلوب ਦੀ ਆਪਣੀ ਤਹਿਰੀਰ ਨੂੰ ਤੇ ਮਿਰਜ਼ਾ ਸਾਹਿਬ ਥੱਲੇ ਰੱਖ ਕੇ ਤੇ ਜੁੱਤੀਆਂ ਮਾਰਦੇ ਨੇ ਪਏ. ਉਹ ਤੁਸੀਂ ਜੋ ਮਰਜ਼ੀ ਕਹੋ, ਇਹ ਅਸੀਂ ਜੋ ਮਰਜ਼ੀ ਕਹੀਏ, ਇਹ ਕੀ ਪੇ ਲਿਖਦੇ السلام علیکم. ਜੋ ਮਰਜ਼ੀ ਕਹੋ ਜਨਾਬ. ਸਲਾਮ ਅਲੈਕੁਮ. ਤੁਹਾਡੀ ਕੀ ਪੁੱਛਲ ਹੈ ਅਮਨ ਨਜ਼ੀਰ ਸਾਹਿਬ, ਤੁਸੀਂ ਜੋ ਮਰਜ਼ੀ ਕਹੋ, ਤੁਸੀਂ ਸ਼ੇਰ ਹੋ. السلام علیکم. وعلیکم السلام. یار واٹر صاحب ਅਸੀਂ ਕਿਹੜੀ ਗਲਤੀ پہ کرنے ہیں, ਕਿੱਥੇ زیادتی پہ کرنے ہیں؟ یار آپ لوگ اس حفیظ صاحب سے بہت زیادتی کر رہے ہیں. حفیظ صاحب ایک بہت سچے احمدی ہیں اور سچے مسلمان ہیں، اور لوری جماعت ایک سچی احمدی جماعت ہے.
तारिक चौहान का जम्बा ग्रुप भी अहमदी ग्रुप है, और हम भी पक्के अहमदी हैं, और सारे मुसलमान हैं, और बाकी सारे मुसलमान भी मुसलमान हैं। तो ऐसे ही बिला वजह